ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗੇਲਾ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਵੀਰਵਾਲ ਦਿਵਸ ਦੇ ਰਾਸ਼ਟਰੀ ਪ੍ਰੋਗਰਾਮ ਦੇ ਵਿੱਚ ਲਿਆ ਹਿੱਸਾ। ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਸਿੱਧਾ। ਸ਼ਹੀਦੀ ਜੋੜ ਮੇਲ ਦੇ ਦੂਸਰੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ ਸ਼ਹੀਦਾਂ ਦੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ। ਸ਼ਹਾਦਤ ਨੂੰ ਕੀਤਾ ਨਮਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ। ਗੁਰੂ ਸਾਹਿਬ ਦਾ ਲਿਆ ਆਸ਼ੀਰਵਾਦ। ਤੇ ਹੁਣ ਖਬਰਾਂ ਵਿਸਤਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਵੀਰਵਾਲ ਦਿਵਸ ਦੇ ਰਾਸ਼ਟਰੀ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਨਜ਼ਰ ਆਏ। ਭਾਰਤ ਮੰਡਪਮ ਵਿੱਚ ਹੋਏ ਸਮਾਗਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਉਹਨਾਂ ਬੱਚਿਆਂ ਦੇ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੂੰ ਇਸ ਸਾਲ ਬਹਾਦਰੀ ਪੁਰਸਕਾਰ ਦਿੱਤੇ ਗਏ। ਬੱਚਿਆਂ ਦੇ ਨਾਲ ਉਹਨਾਂ ਦੀ ਮੁਲਾਕਾਤ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ। ਸ਼ਹਾਦਤ ਨੂੰ ਸਮਰਪਿਤ ਵੀਰਵਾਲ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵੀਰਵਾਲ ਦਿਵਸ ਮਨਾ ਰਿਹਾ। ਅੱਜ ਅਸੀਂ ਉਹਨਾਂ ਬਹਾਦਰ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਹਾਂ ਜੋ ਭਾਰਤ ਦਾ ਮਾਣ ਨੇ। ਉਹਨਾਂ ਅੱਗੇ ਕਿਹਾ ਕਿ ਸਾਹਿਬਜ਼ਾਦੇ ਅਦੁੱਤੀ ਸ਼ਹਾਦਤ ਦੀ ਮਿਸਾਲ ਨੇ ਜੋ ਮੁਗਲ ਸਮਰਾਟ ਅੱਗੇ ਚਟਾਨ ਦੇ ਵਾਂਗ ਖੜੇ ਰਹੇ। ਉਹਨਾਂ ਅੱਗੇ ਕਿਹਾ ਕਿ ਸਾਹਿਬਜ਼ਾਦੇ ਨੇ ਉਮਰ ਅਤੇ ਅਵਸਥਾ ਦੀਆਂ ਸਾਰੀਆਂ ਹੱਦਾਂ ਨੂੰ ਤੋੜ ਦਿੱਤਾ ਤੇ ਜਾਬਰ ਮੁਗਲ ਸਲਤਨਤ ਅੱਗੇ ਖੜੇ ਰਹੇ। ਉਹਨਾਂ ਅੱਗੇ ਕਿਹਾ ਕਿ ਜਦੋਂ ਵੀ ਇਹ ਦਿਨ 26 ਦਸੰਬਰ ਨੂੰ ਆਉਂਦਾ ਤਾਂ ਉਹਨਾਂ ਨੂੰ ਸੰਤੁਸ਼ਟੀ ਦੀ ਭਾਵਨਾ ਮਹਿਸੂਸ ਹੁੰਦੀ ਹੈ ਕਿ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਬਹਾਦਰੀ ਤੋਂ ਪ੍ਰੇਰਿਤ ਹੋ ਕੇ ਵੀਰਵਾਲ ਦਿਵਸ ਮਨਾਉਣਾ ਸ਼ੁਰੂ ਕੀਤਾ ਹੈ, ਜਿਸ ਤਹਿਤ ਅੱਜ ਦਾ ਇਹ ਰਾਸ਼ਟਰੀ प्रोग्राम करवाया गया। देश के कोने कोने से यहां उपस्थित सभी अतिथि और प्यारे बच्चों, आज देश वीर बाल दिवस मना रहा है। अभी वंदे मातरम की इतनी सुंदर प्रस्तुति हुई है। आपकी मेहनत नजर आ रही है। साथियों, आज हम उन वीर साहिबजादों को याद कर रहे हैं जो हमारे भारत का गौरव है, जो भारत के अदम्य साहस, शौर्य, वीरता की पराकाष्ठा है। वो वीर साहबजादे जिन्होंने उम्र और अवस्था की सीमाओं को तोड़ दिया, जो क्रूर मुगल सल्तनत के सामने ऐसे चट्टान की तरह खड़े हुए कि मजहबी कट्टरता और आतंक का वजूद ही हिला गया। जिस राष्ट्र के पास ऐसा गौरवशाली अतीत हो, जिसकी युवा पीढ़ी को ऐसी प्रेरणाएं विरासत में मिली हो, वो राष्ट्र क्या कुछ नहीं कर सकता। साथियों, जब भी 26 दिसंबर का ये दिन आता है तो मुझे ये तसल्ली होती है कि हमारी सरकार ने साहिबजादों की वीरता से प्रेरित वीर बाल दिवस मनाना शुरू किया। बीते 4 वर्षों में वीर बाल दिवस की नई परंपरा ने साहिबजादों की प्रेरणाओं को नई पीढ़ी तक पहुंचाया है। वीर बाल दिवस ने साहसी और प्रतिभावान युवाओं के निर्माण के लिए एक मंच भी तैयार किया है। हर साल जो बच्चे
अलग अलग क्षेत्रों में देश के लिए कुछ कर दिखाते हैं, उन्हें प्रधानमंत्री राष्ट्रीय बाल पुरस्कार से सम्मानित किया जाता है। इस बार भी देश के अलग अलग हिस्सों से आए 20 बच्चों को ये पुरस्कार दिए गए हैं। ये सब हमारे बीच में है। अभी उनसे काफी गप्पे गोष्ठी करने का मौका मिला और इनमें से किसी ने असाधारण बहादुरी दिखाई है, किसी ने सामाजिक सेवा और पर्यावरण के क्षेत्र में सराहनीय काम किया है। इनमें से कुछ विज्ञान और टेक्नोलॉजी में कुछ इनोवेट किया है, तो कई युवा साथी खेल, कला और संस्कृति के क्षेत्र में योगदान दे रहे हैं। मैं इन पुरस्कार विजेताओं से कहूंगा, आपका ये सम्मान आपके लिए तो है ही, ये आपके माता पिता का, आपके टीचर्स और मेंटर्स का, उनकी मेहनत का भी सम्मान है। मैं पुरस्कार विजेताओं को और उनके परिवारजनों को उज्जवल भविष्य के लिए अनेक अनेक शुभकामनाएं देता हूं। शहीदी जोड़ मेल फतेहगढ़ साहब ਦੇ ਦੂਸਰੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ ਸ਼ਹੀਦਾਂ ਦੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਹਨਾਂ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਵਿਖੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਉਣ ਵਾਲੀ ਸੰਗਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸੰਗਤ ਦੀ ਮੰਗ ਤੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾ ਨਾਂ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਨਾਂ ਤੇ ਰੱਖਣ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਲਈ ਕੁਝ ਵੀ ਕੀਤਾ ਜਾ ਸਕਦਾ ਹੈ, ਕਿਉਂਕਿ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਪੰਜਾਬ ਦੇ 3 ਤਖ਼ਤ ਸਾਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਸ਼ਹਿਰਾਂ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਸ ਕੁਰਬਾਨੀ ਦੀ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ 'ਚ, ਤੇ ਲੋਕ ਨਤਮਸਤਕ ਹੋਣ ਆਉਂਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ। ਤੇ ਅੱਜ ਅਸੀਂ ਵੀ ਪਰਿਵਾਰ ਸਮੇਤ ਅੱਜ ਇੱਥੇ ਮੱਥਾ ਟੇਕਣ ਆਏ ਹਾਂ ਔਰ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵੀ ਇਸੇ ਸਾਲ ਹੀ ਮਨਾਇਆ ਜਾ ਰਿਹਾ ਹੈ, ਉਹਨਾਂ ਦਾ ਸ਼ਹੀਦੀ ਪੁਰਬ। ਸੋ ਪੁੱਤਰਾਂ ਦੇ ਦਾਨੀਆਂ ਦੀ, ਪੋਤਿਆਂ ਦੇ ਦਾਨੀਆਂ ਦੀ ਕੁਰਬਾਨੀ ਜਿਹੜੀ ਹੈ ਉਹਨੂੰ ਯਾਦ ਰੱਖਣਾ, ਅਗਲੀਆਂ ਪੀੜ੍ਹੀਆਂ ਤੱਕ ਉਹਨੂੰ ਪਹੁੰਚਾਉਣਾ ਸਾਡਾ ਫਰਜ਼ ਹੈ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹ ਯਾਦ ਰੱਖ ਸਕਣ, ਉਹਨਾਂ ਨੂੰ ਅਹਿਸਾਸ ਹੋਵੇ ਕਿ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਕਰਕੇ ਸਾਡੇ ਧਰਮ ਦੀ ਰੱਖਿਆ ਕੀਤੀ ਗਈ ਹੈ। ਸਾਡੇ ਗੁਰੂਆਂ ਨੇ ਕੀ ਕਸ਼ਟ ਝੱਲੇ ਨੇ ਇਹਨਾਂ ਠੰਡਾਂ 'ਚ, ਸਾਡੇ ਬੱਚਿਆਂ ਨੇ, ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ, ਮਾਤਾ ਗੁਜਰ ਕੌਰ ਜੀ ਨੇ। ਸੋ ਇੱਕ ਬਹੁਤ ਵੱਡਾ ਇਤਿਹਾਸ ਹੈ ਜਿਹਨੂੰ ਜਾਣਨਾ, ਯਾਦ ਰੱਖਣਾ ਤੇ ਅੱਗੇ ਤੱਕ ਪਹੁੰਚਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ। ਬਾਕੀ ਜੋ ਸੇਵਾ ਪੰਜਾਬ ਦੇ ਲੋਕਾਂ ਨੇ ਲਾਈ ਹੈ ਉਹਨੂੰ ਨਿਭਾ ਰਹੇ ਹਾਂ। ਜੋ ਸਾਡਾ ਫਰਜ਼ ਬਣਦਾ ਬਾਹਰ ਲੋਕਾਂ ਦੇ, ਸੰਗਤ ਦੇ ਸਹੂਲਤ ਵਾਸਤੇ ਪ੍ਰਬੰਧ ਕਰਨੇ, ਸੁਰੱਖਿਆ ਦੇ ਜਾਂ ਫਿਰ ਕੋਈ ਸਿਹਤ ਸੇਵਾਵਾਂ ਦੇ, ਐਮਰਜੈਂਸੀ ਦੇ, ਜਾਂ ਉਹਨਾਂ ਦੇ ਆਉਣ ਜਾਣ 'ਚ ਕੋਈ ਉਹਨਾਂ ਨੂੰ ਨਤਮਸਤਕ ਹੋਣ 'ਚ ਕਿਤੇ ਕੋਈ ਮੁਸ਼ਕਿਲ ਨਾ ਆਵੇ। ਈ ਰਿਕਸ਼ੇ, ਸ਼ਟਲ ਬੱਸਾਂ ਔਰ ਸਮੂਥਲੀ ਪਾਰਕਿੰਗ ਵਗੈਰਾ ਸਾਰੀ ਜਿਹੜੀ ਹੈ, ਜਿਹੜੇ ਬਾਹਰਲੇ ਪ੍ਰਬੰਧ ਨੇ, ਉਹਦੇ ਵਾਸਤੇ ਅਸੀਂ ਆਪਣੇ ਵੱਲੋਂ ਸਭ ਤੋਂ ਬੈਸਟ ਕੀਤਾ ਹੈ। ਆਲੇ ਦੁਆਲੇ ਦੀ
पुलिस भी आले दुआले तो प्रशासन जिहड़ा ਜਾਂ ਜਿਹੜੇ ਅਫਸਰ ਨੇ ਉਹਨਾਂ ਦੀ ਡਿਊਟੀ ਜਗ੍ਹਾ ਜਗ੍ਹਾ ਤੇ ਲਾਈ ਹੋਈ ਹੈ ਤਾਂ ਕਿ 2-3 ਦਿਨ ਜਿਹੜੇ ਸਭਾ ਦੇ ਜਿਹੜੇ 3 ਦਿਨ ਖਾਸ ਹੁੰਦੇ ਨੇ ਉਹ ਚ 50 ਲੱਖ ਤੋਂ ਕਰੀਬ ਸੰਗਤ ਜਿਹੜੀ ਇੱਥੇ ਆ ਕੇ ਦਰਸ਼ਨ ਕਰਦੀ ਹੈ ਤੇ ਇੰਨੀ ਭਾਰੀ ਗਿਣਤੀ ਜਿਹੜੀ ਸ਼ਰਧਾ ਔਰ ਸੰਗਤ ਦਾ ਆਉਣਾ ਔਰ ਉਹਨਾਂ ਨੂੰ ਇੱਥੇ ਕੋਈ ਦਿੱਕਤ ਨਾ ਆਵੇ ਉਹਨਾਂ ਨੂੰ ਸਹੂਲਤਾਂ ਦਾ ਪ੍ਰਦਾਨ ਕਰਨਾ ਸਾਡਾ ਫਰਜ਼ ਹੈ। ਕੋਈ ਗੱਲ ਨਹੀਂ ਜੀ, ਅਸੀਂ ਇਸ ਤੋਂ ਪਹਿਲਾਂ ਬਹੁਤ ਚਿਰਾਂ ਤੋਂ ਲੰਬੀ ਚੱਲੀ ਆ ਰਹੀ ਮੰਗ ਸੀਗੀ ਸਿੱਖ ਸੰਗਤ ਦੀ ਖਾਸ ਤੌਰ ਤੇ ਕਿ ਸ਼੍ਰੀ ਅਨੰਦਪੁਰ ਸਾਹਿਬ ਤਿੰਨੋਂ ਤਖਤ ਜਿਹੜੇ ਨੇ ਪੰਜਾਬ ਦੇ ਵਿੱਚ ਮੌਜੂਦ ਨੇ, ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੂੰ ਹੋਲੀ ਸਿਟੀ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਦਿੱਤਾ ਜਾਵੇ। ਗੱਲਾਂ ਕਈ ਵਾਰੀ ਉੱਠੀਆਂ ਸੀਗੀਆਂ ਪਰ ਅਮਲੀ ਰੂਪ ਨਹੀਂ ਪਹਿਨਾਇਆ ਗਿਆ ਸੀ। ਸੋ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਤੇ ਅਮਲੀ ਰੂਪ ਵੀ ਉਹਦੇ ਤੇ ਜਿਹੜਾ ਉਹ ਪਹਿਨਾਇਆ ਜਾਣ ਲੱਗ ਗਿਆ ਤੇ ਉਹਨਾਂ ਸ਼ਹਿਰਾਂ ਦੀ ਸੁੰਦਰਤਾ ਲਈ, ਉਹਨਾਂ ਸ਼ਹਿਰਾਂ ਦੇ ਵਿਕਾਸ ਲਈ ਕੋਈ ਕਿਸੇ ਕਿਸਮ ਦੀ ਕਮੀ ਖਜ਼ਾਨੇ ਵਾਲੇ ਪਾਸਿਓਂ ਜਾਂ ਕਿਤੋਂ ਨਹੀਂ ਰੱਖੀ ਜਾਊਗੀ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ, ਬਖਸ਼ਿਸ਼ ਕੀਤੀ ਹੈ, ਸਮੱਤ ਬਖਸ਼ੀ ਹੈ, ਸਾਨੂੰ ਬਲ ਬਖਸ਼ਿਆ, ਉਹਦੇ ਲਈ ਅਸੀਂ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਹਾਂ। ਜਦੋਂ ਵੀ ਇਸ ਧਰਤੀ ਲਈ ਤਾਂ ਕੋਈ ਮੰਗ ਪੱਤਰ ਦੀ ਲੋੜ ਨਹੀਂ ਜੀ, ਇੱਥੇ ਤਾਂ ਕੁਰਬਾਨੀਆਂ ਹੋਈਆਂ, ਇੱਥੇ ਤਾਂ ਮੰਗਣ ਆਉਂਦੇ ਆ ਲੋਕ। ਸੋ ਅਸੀਂ ਵੀ ਉਹਨਾਂ ਚੋਂ ਇੱਕ ਹਾਂ। ਸੋ ਕਿਸੇ ਵੀ ਕਿਸਮ ਦਾ ਫਤਿਹਗੜ੍ਹ ਸਾਹਿਬ ਦੀ ਸੁੰਦਰਤਾ, ਫਤਿਹਗੜ੍ਹ ਸਾਹਿਬ ਦੀ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲਣ ਲਈ ਜਾਂ ਸੜਕਾਂ ਦਾ ਜਿਵੇਂ ਪ੍ਰਬੰਧ ਐਤਕੀ ਕਾਫੀ ਜ਼ਿਆਦਾ ਕੀਤਾ ਹੈ ਤੇ ਤਾਂ ਕਿ ਆਉਣ ਵਾਲੇ ਸਮੇਂ 'ਚ, ਕਿਉਂਕਿ ਸੰਗਤ ਨੇ ਵਧਣਾ ਹੀ ਵਧਣਾ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰਬੰਧ ਜਿਹੜੇ ਨੇ ਉਹ ਸਮੂਥਲੀ ਚੱਲਣ, ਉਹਦੇ ਵਾਸਤੇ ਹਮੇਸ਼ਾ ਹਾਜ਼ਰ ਰਹਾਂਗੇ। ਹੋ ਜੂਗਾ ਜੀ ਸਾਰਾ ਉਹਨਾਂ, ਮੈਂ ਤੁਹਾਨੂੰ ਕਿਹਾ ਕਿ ਇਸ ਵਾਸਤੇ ਕੋਈ ਮੰਗ ਪੱਤਰ ਜਾਂ ਕੋਈ ਕਿਸੇ ਸਵਾਲ ਦੀ ਲੋੜ ਨਹੀਂ, ਇਹ ਤਾਂ ਸਾਡਾ ਵੈਸੇ ਹੀ ਫਰਜ਼ ਬਣਦਾ ਕਿ ਉਹਨਾਂ ਦੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਧਰਤੀ ਹੈ, ਉਹਨਾਂ ਦੇ ਜੋ ਕੁਰਬਾਨੀਆਂ ਦਿੱਤੀਆਂ ਨੇ ਉਹ ਰਹਿੰਦੀ ਦੁਨੀਆ ਤੱਕ ਰਹਿਣਗੀਆਂ ਜੀ, ਤੇ ਉਹਨਾਂ ਦੇ ਨਾਂ ਤੇ ਕੁਝ ਕਰ ਦਈਏ ਤਾਂ ਇਹ ਜਿਹੜਾ ਜਿਹਨੇ ਕੀਤਾ ਹੈ ਉਹਦੇ ਭਾਗ ਵੱਡੇ ਹੋ ਜਾਂਦੇ ਆ ਜੀ। ਉਹ ਤਾਂ ਬਹੁਤ ਵੱਡੀਆਂ ਸ਼ਖਸੀਅਤਾਂ, ਬਹੁਤ ਵੱਡੇ ਸ਼ਹੀਦ ਨੇ ਸਾਡੇ, ਉਹ ਜਿਨ੍ਹਾਂ ਨੇ ਸਾਡੇ ਦੇਸ਼ ਕੌਮ ਦੀ ਰੱਖਿਆ ਲਈ ਬਲੀਦਾਨ ਦਿੱਤੇ ਨੇ, ਉਹਨਾਂ ਦੇ ਕੋਈ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ ਤੇ ਗਠਿਤ ਕੀਤੀ ਗਈ ਸਿੱਟ ਸੰਬੰਧੀ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮਾਮਲੇ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਵੀਰਵਾਲ ਦਿਵਸ ਬਾਰੇ ਚੱਲ ਰਹੇ ਵਿਵਾਦ ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇਸ ਦਾ ਵਿਰੋਧ ਕੀਤਾ ਜਾ ਰਿਹਾ, ਜਦਕਿ ਪਹਿਲਾਂ ਇਹਨਾਂ ਵੱਲੋਂ ਵੀਰਵਾਲ ਦਿਵਸ ਮਨਾਏ ਜਾਣ ਬਾਰੇ ਸਵਾਗਤ ਕੀਤਾ ਜਾ ਰਿਹਾ ਸੀ। ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਭਾਵਨਾਵਾਂ ਜੁੜੀਆਂ ਹੋਈਆਂ ਇਹਦੇ ਨਾਲ ਤੇ ਆਹ ਸਭਾ ਜਿਹੜੀ ਹੈ ਇਹਨੂੰ ਸਮਾਪਤੀ ਤੋਂ ਬਾਅਦ ਅਸੀਂ ਵੀ ਤੁਹਾਡੇ ਇਹਨਾਂ ਸਵਾਲਾਂ ਦੇ ਵੀ ਜਵਾਬ ਦੇ ਦਾਂਗੇ। ਪਰ ਇਹ ਕੰਮ ਜਿਹੜਾ ਪੁਲਿਸ ਦਾ ਹੈ, ਕਾਨੂੰਨ ਦਾ ਹੈ, ਕਾਨੂੰਨ ਦੇ ਮੁਤਾਬਕ ਜਾਂਚ ਹੋਊਗੀ। ਕੋਈ ਇਦਾਂ ਦਾ ਇਹਦੇ ਵਿੱਚ ਕਿਸੇ ਦਾ ਪੱਖਪਾਤੀ ਰਵੱਈਆ ਜਾਂ ਕੋਈ ਹੋਰ ਨਹੀਂ। ਵੀਰਵਾਲ ਦਿਵਸ ਨੂੰ ਲੈ ਕੇ ਕਿਉਂਕਿ ਮਾਲਵਿੰਦਰ ਕਾਂਗੜੀ ਜੀ ਹੋਰਾਂ ਨੇ ਵੀ ਕਿਹਾ ਸੀਗਾ, ਉਸ ਨੂੰ ਲੈ ਕੇ ਥੋੜਾ ਦੱਸਦੇ। ਦੇਖੋ ਜੀ ਕੀ ਦੱਸਾਂ ਇਹਦੇ 'ਚ ਮੈਂ, ਉਹਨਾਂ ਨੇ ਵੀਰਵਾਲ ਦਿਵਸ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ, ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ, ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ। ਇਹ ਬਹੁਤ ਵੱਡੀ ਗੱਲ ਹੈ, ਇਹ ਬਹੁਤ ਵੱਡਾ ਬਲੀਦਾਨ ਹੈ, ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ। ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਾਂ ਦੇ 2019 ਦੇ। ਸੋ ਸ਼ਾਇਦ ਜਾਂ ਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾ ਨਹੀਂ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਅਤੇ ਲਾਸ਼ਾਨੀ ਸਾਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਸਾਲਾਨਾ 3 ਰੋਜ਼ਾ ਸ਼ਹੀਦੀ ਜੋੜ ਮੇਲੇ ਦੇ ਦੂਸਰੇ ਦਿਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਵੱਲੋਂ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਬੋਲਦਿਆਂ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ ਦੇ ਕਿਸੇ भी कोने ਵਿੱਚ नहीं मिलती। आज ये छोटा साहिबजादा का बलिदान सारा देश
आज उन साहिबजादा के बलिदान को सारा देश बहुत ही नमन कर रहा है। कारण क्या है कि ऐसा उदाहरण अभी तक तो विश्व में कभी बना नहीं, पर इस धरती पर बना, जहां दोनों बच्चों को साहिबजादा जिनको दीवारों में जिंदा चुना गया और उनको हर ईंट के साथ पूछा कि तुमको धर्म परिवर्तन कबूल है क्या। उन बहादुर साहिबजादों ने कहा कि मुझे कबूल नहीं है। और इस तरह से छोटे भाई के गले में पहले ईंट आ गई तो बड़े भाई के मन में पश्चाताप हुआ। छोटे भाई ने पूछा, तेरे आंखों में आंसू क्यों? उसने कहा, भैया इसलिए नहीं आया, मुझे दुख है कि तू इस धरती पर मेरे से बाद में आया, लेकिन तुम देश धर्म के लिए मेरे से पहले जा रहा है, इसका मुझे अफसोस है। तो वास्तव में इस प्रकार का जो साहिबजादों का जो बलिदान है, गुरु गोविंद सिंह के पिता का बलिदान 350वां वर्ष अभी तेज बहादुर जी का मनाया, माँ गुजरी का बलिदान, दोनों बच्चों का बलिदान, और आपने देखा चमकौर के दुर्ग में दोनों बड़े साहिबजादाओं को युद्ध में लड़ते लड़ते अजीत सिंह और जुझार सिंह ने भी बलिदान दिया। छोटे साहिबजादा जोरावर और फतेह सिंह ने भी ये बलिदान दिया, केवल और केवल अपने देश धर्म की रक्षा के लिए। मैं सोचता हूँ सारा परिवार इस प्रकार का बलिदान हो, ऐसा विश्व में आज तक कोई दूसरा उदाहरण बना नहीं। तो वो पवित्र जगह है जहाँ हम सब माथा टेक कर उनसे ये आशीर्वाद मांगते हैं कि हमें भी आप ये शक्ति पैदा करो, ताकि हम भी अपने देश धर्म पर जब भी आवश्यकता पड़े इसी प्रकार का बलिदान कर सकें। ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਹ ਦੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਮੌਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਸੰਬੰਧੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕੈਬਨਿਟ ਮੰਤਰੀ ਸੌਂਹ ਨੇ ਕਿਹਾ ਕਿ ਇੰਨੀ ਵੱਡੀ ਕੁਰਬਾਨੀ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ, ਇਸ ਲਈ ਉਹ ਸ਼ਰਧਾ ਪੂਰਵਕ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਨੇ। ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਮਹਾਰਾਜ ਦੇ ਪੂਰੇ ਪਰਿਵਾਰ ਦਾ ਸਰਬੰਸ ਮਾਰ ਕੇ ਮਹਾਰਾਜ ਨੇ ਸਾਨੂੰ ਜਿਹੜੀ ਅੱਜ ਇੱਕ ਧਾਰਮਿਕ ਆਜ਼ਾਦੀ ਮਿਲੀ ਹੋਈ ਹੈ ਨਾ, ਅਸੀਂ ਕਿਸੇ ਵੀ ਧਰਮ 'ਚ ਹੋਈਏ, ਕਿਸੇ ਵੀ ਧਰਮ 'ਚ, ਜੇ ਅੱਜ ਅਸੀਂ ਆਜ਼ਾਦੀ ਨਾਲ ਆਪਣਾ ਧਰਮ ਮੰਨ ਸਕਦੇ ਹਾਂ, ਜੇ ਅਸੀਂ ਅੱਜ ਆਜ਼ਾਦੀ ਦੇ ਨਾਲ ਆਪਣਾ ਧਰਮ ਪੂਜ ਸਕਦੇ ਹਾਂ, ਤਾਂ ਕਿਹਨਾਂ ਦੀ ਬਦੌਲਤ? ਮਹਾਰਾਜ ਦੀ ਬਦੌਲਤ। ਮਹਾਰਾਜ ਨੇ ਸਰਬੰਸ ਮਾਰਿਆ ਤਾਂ ਸਾਨੂੰ ਸਾਡੇ ਸਿਰਾਂ ਦੇ ਉੱਤੇ ਜਿਹੜੀਆਂ ਪੱਗਾਂ ਸਲਾਮਤ ਨੇ, ਔਰ ਜੇ ਹਿੰਦੁਸਤਾਨ ਦੇ ਸਿਰ ਦੇ ਉੱਤੇ ਪਗੜੀ ਸਲਾਮਤ ਹੈ ਤਾਂ ਮਹਾਰਾਜ ਦੀ ਅਦੁੱਤੀ ਕੁਰਬਾਨੀ, ਲਾਸਾਨੀ ਕੁਰਬਾਨੀ ਦੀ ਬਦੌਲਤ ਹੈ। ਅੱਜ ਅਸੀਂ ਖੰਨੇ ਤੋਂ ਗੁਰਦੁਆਰਾ ਸ਼੍ਰੀ ਸੁਖਸਾਗਰ ਸਾਹਿਬ ਤੋਂ ਅਰਦਾਸ ਕਰਕੇ ਬੇਨਤੀ ਕਰਕੇ ਮਹਾਰਾਜ ਦੇ ਅੱਗੇ ਨਤਮਸਤਕ ਹੋ ਕੇ ਚੱਲੇ ਸੀ ਕਿ ਮਹਾਰਾਜ ਸਾਨੂੰ ਸ਼ਕਤੀ ਦਿਓ, ਸਾਡੇ ਸੀਸ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ, ਅਸੀਂ ਪੂਰੇ ਜੱਥੇ ਦੇ ਨਾਲ ਪੈਦਲ ਚੱਲ ਕੇ ਅਸੀਂ ਤੁਹਾਡੇ ਦਰਸ਼ਨਾਂ ਨੂੰ ਆਉਣਾ ਚਾਹੁੰਦੇ ਹਾਂ। ਔਰ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਸਾਰਾ ਜੱਥਾ ਬਿਲਕੁਲ ਠੀਕ ਠਾਕ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਪਹੁੰਚ ਚੁੱਕੇ ਆ। ਔਰ ਹੁਣ ਅਸੀਂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ, ਸਾਰੇ ਨੂੰ ਰਲ ਕੇ ਬੇਨਤੀ ਕਰਾਂਗੇ, ਪੰਜਾਬ ਦੀ, ਸਾਡੇ ਸੋਹਣੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ। ਔਰ ਮਹਾਰਾਜ ਤੋਂ ਝੋਲੀਆਂ ਅੱਡ ਕੇ ਅਸੀਂ ਇਹ ਮੰਗਾਂਗੇ ਕਿ ਮਹਾਰਾਜ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਕਰੋ, ਮਹਾਰਾਜ ਸਾਡੇ ਪੰਜਾਬ ਨੂੰ ਬਾਣੀ ਦੇ ਧਾਰਨੀ ਬਣਾਓ, ਮਹਾਰਾਜ ਸਾਡੇ ਪੰਜਾਬ ਨੂੰ ਬਾਣੀ ਦੇ ਧਾਰਨੀ ਬਣਾਓ, ਮਹਾਰਾਜ ਸਾਡੇ ਪੰਜਾਬ ਨੂੰ ਇੰਨੀ ਚੜ੍ਹਦੀ ਕਲਾ ਬਖਸ਼ੋ ਕਿ ਪੂਰੇ ਭਾਰਤ ਦੇ ਅੰਦਰ ਜਿਵੇਂ ਸਾਡਾ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਸੀ, ਅਸੀਂ ਐਵੇਂ ਹੀ ਸੇਵਾ ਕਰਕੇ ਪੰਜਾਬ ਨੂੰ, ਆਪਣੇ ਨੂੰ, ਸੂਬੇ ਨੂੰ ਪਹਿਲੇ ਨੰਬਰ ਤੇ ਲੈ ਕੇ ਆਈਏ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਦੇ ਵਿੱਚ ਸੁਸ਼ੋਭਿਤ ਕੀਤਾ। ਇਸ ਮੌਕੇ ਗੱਤਕਾ ਪਾਰਟੀਆਂ ਨੇ ਹਾਜ਼ਰੀ ਭਰੀ ਅਤੇ ਸ਼ਬਦੀ ਜਥਿਆਂ ਨੇ ਗੁਰੂ ਸਾਹਿਬ ਜੀ ਦੀ ਉਸਤਤ ਦੇ ਵਿੱਚ ਗੁਰੂ ਜਸ ਗਾਇਨ ਕੀਤਾ।
इस मौके ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸੰਗਤ ਨੂੰ ਵਧਾਈ ਦਿੱਤੀ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਣ ਮਗਰੋਂ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਭਲਾਈਪੁਰ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਬਿਆਸੀ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਬਲਵਿੰਦਰ ਸਿੰਘ ਖੈਰਾਬਾਦ, ਜਸਵਿੰਦਰ ਸਿੰਘ ਜੱਸੀ, ਮਨਜੀਤ ਸਿੰਘ ਤਲਵੰਡੀ, ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ, ਸੂਚਨਾ ਅਧਿਕਾਰੀ ਰਣਧੀਰ ਸਿੰਘ, ਅਮਰਤਪਾਲ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਰਹੇ। वह प्रगटियो मर्द अगमड़ा वरियाम अकेला वाहो वाहो गोबिंद सिंह आपे गुर चेला। साहिब कमाल श्री गुरु गोबिंद सिंह साहिब सच्चे पातशाह महाराज जिन्हां दा आगमन तही प्रकाश हमारा भयो पटना शहर विखे भव लियो। पटना साहिब दी पावन पवित्र धरती ते आगमन होया। सतगुरु गुरु गोबिंद सिंह साहिब सच्चे पातशाह महाराज दे आगमन पुरब दी खुशी दे अंदर श्रोमणी गुरुद्वारा प्रबंधक कमेटी श्री दरबार साहिब श्री अकाल तख्त साहिब तो सिख संगतां दे सहयोग सदका हर साल की तरह अज भी आप दर्शन दीदार कर रहे हो। धन धन साहिब सतगुरु श्री गुरु ग्रंथ साहिब सच्चे पातशाह महाराज जी की छत्र छाया हेठ पंज प्यारे साहिबानां की अगवाई हेठ संगतां दा ठाठा मारदा इकट्ठ नगारियां धौंसे दीयां चोटां ते जिथे संगतां सतगुरु सच्चे पातशाह महाराज दे गुण गायन कर रहीआं हन। अपने परिवार दे अते बच्चों नूं नाल लैके शामिल होके अपने तन मन समेत हाजरियां भर रहीआं हन, जीवन सफला कर रहीआं हन। समूह गुरु नानक नाम लेवा सिख संगतां नूं विश्व भर दे अंदर गुरु गोबिंद सिंह महाराज दे आगमन पुरब दीआं बहुत बहुत मुबारकां। तही प्रकाश हमारा भयो पटना साहिब विखे भव लियो। वाह प्रगटियो मर्द अगंबड़ा वरियाम अकेला वाह वाह गोबिंद सिंह आपे गुर चेला। साहिब कमाल साहिब श्री गुरु गोबिंद सिंह सच्चे पातशाह जी का प्रकाश दिहाड़ा जो हर साल की तरह ही ठीक 12 वजे श्री अकाल तख्त साहब तो आरंभ होंदा। सो उस तरह ही फिर संगतां दे वड्डे विशाल इकट्ठ दे विच ये नगर कीर्तन आरंभ होया। सो हर साल की तरह ही ये बाज़ारां दे विचों हुंदा होया फिर सचखंड श्री हरमंदर साहब विखे दी समाप्ति होवेगी। सो कल नूं गुरुद्वारा मंजी साहब दीवान हाल विखे भी इस दे सारा दिन दीवान चलणगे और अखंड पाठ साहब के भोग पाए जाणगे। सो ये सारा नगर कीर्तन जिथे संसार भर दीआं सिख संगतां मनाउंदियां उत्थे सचखंड श्री हरमंदर साहब तो श्री अकाल तख्त साहब तो हर साल की तरह बड़े जाहो जलाल दे नाल ये नगर कीर्तन आरंभ होया। सतगुरु जी सारे संसार भर के सिखां नूं साहिबे कमाल गुरु गोबिंद सिंह जी के बख्शे हुए सिद्धांत नूं बख्शे हुए हुक्म नूं सारियां सिख संगतां सत करके उन्होंने धारण करन ਅਤੇ सतगुरु जी के प्रकाश दिहाड़े दीआं लख लख ਵਧਾਈਆਂ ਹੋਣ। ਸਿੱਖਾਂ ਦੀ ਪੁਰਾਤਨ ਸਿਰਮੌਰ ਸੰਸਥਾ ਚੀਫ ਖਾਲਸਾ ਦੀਵਾਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਬ ਕਮਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸਮੂਹ ਅਦਾਰਿਆਂ ਵੱਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸਮਾਪਤ ਹੋਇਆ। ਇਸ ਮੌਕੇ ਸਕੂਲੀ ਬੱਚਿਆਂ ਨੇ ਹਾਜ਼ਰੀ ਲਵਾਈ ਤੇ ਗੱਤਕਾ ਪਾਰਟੀਆਂ ਨੇ ਆਪਣੇ ਜੋਹਰ ਮਖਾਏ। ਇਸ ਮੌਕੇ ਤੇ ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ, ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀਸ਼ਨਲ ਆਨਰੇਰੀ ਸਕੱਤਰ ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਸਿੰਘ ਚੁੱਗ, ਅਜੈਬ ਸਿੰਘ ਬਿਆਸੀ ਸਮੇਤ ਵੱਡੀ ਗਿਣਤੀ ਵਿੱਚ ਚੀਫ ਖਾਲਸਾ ਦੀਵਾਨ ਦੇ ਮੈਂਬਰ ਹਾਜ਼ਰ ਸਨ। ਇਹ ਲੈਣ ਜੋਗੇ ਚੇਂਜ ਕਰਦੀ गुरु गोबिंद सिंह महाराज के प्रकाश पुरब के संबंध में अज एक नगर कीर्तन हर साल वांगू हर साल चीफ खालसा दीवान की एक रीत है कि असी नगर कीर्तन रूप सारे स्टाफ सारे अपने अहदेदार साहबान टीचर साहबान साढ़े बच्चे प्यारे बहुत स्टूडेंट्स असी सारे सवेरे 9 बजे तो शुरू होकर तो श्री हरमंदर साहब पहुँचते हैं। उत्थे बच्चे जाके लंगर छकते हैं और समाप्ति होंगी है। सो वही अज आरंभ होने जा रहा है। साढ़े बच्चे ने अरदास की है ਹੁਣ ਅਸੀਂ ਆਰੰਭ ਕਰਨ ਲੱਗੇ ਹਾਂ ਨਗਰ ਕੀਰਤਨ। किस नया देना चाहते हैं नगर कीर्तन? मैं तो इस तरह देना चाहूँगा कि जो साढ़े गुरुओं ने सानू सिखाया कि हिम्मत रखो, हिम्मत रखनी है हमेशा और प्रेम रखना है, प्यार रखना है। किसी नू किसी की ईन मननी नहीं है तो ना किसी नू धक्के नाल ईन मन देनी है बनानी है। सो यही जड़ा उन्हों का संदेश है सानू कि अपने पैरों से खड़े होना सीखिए और ये असी बच्चों भी सिखाने अपने और आस करते कि साडी कौम जी है साडा प्रांत है साडा मुल्क है ये तरक्की करेगा दिन दिन तरक्की करेगा। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਅਵਸਰ ਦੇ ਵਿੱਚ 26 ਤਰੀਕ ਨੂੰ ਅੱਜ ਅਸੀਂ ਚੀਫ ਖਾਲਸਾ ਦੀਵਾਨ ਵੱਲੋਂ ਹਰ ਸਾਲ ਦੀ ਤਰ੍ਹਾਂ ਇੱਕ
ਬਹੁਤ ਭव्य ਨਗਰ ਕੀਰਤਨ ਆਯੋਜਿਤ ਕੀਤਾ ਜਾਂਦਾ ਹੈ, ਜਿਹਦੇ ਵਿੱਚ ਸਾਰੇ ਬੱਚਿਆਂ ਨੂੰ ਗੁਰੂ ਨਾਲ ਜੁੜਨ ਦੀ ਸਿੱਖਿਆ ਮਿਲਦੀ ਹੈ। ਉਹਨਾਂ ਨੂੰ ਉਹਦੇ ਨਾਲ ਗੁਰੂ ਸਾਹਿਬ ਦੇ ਹੁਕਮ ਜੋ ਹੋਏ ਨੇ ਉਹਨਾਂ ਦੇ ਜੀਵਨ ਆਪਣਾ ਚੱਲਣ ਦਾ ਬਲ ਬਖਸ਼ੇ ਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਜਿਹੜੀ ਭਾਵਨਾ ਨੂੰ ਲੈ ਕੇ ਅਸੀਂ ਸਾਰੇ ਜਾਣੇ ਕਰ ਰਹੇ ਹਾਂ, ਗੁਰੂ ਸਾਹਿਬ ਪੂਰੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਜਵਾਨ ਨੂੰ ਚੜ੍ਹਦੀ ਕਲਾ ਬਖਸ਼ੇ। बहुत बहुत धन्यवाद। ताही प्रकाश हमारा भयो, पटना शहर विखै पव लहो। साहिब कमाल साहिब श्री गुरु गोबिंद सिंह सच्चे पातशाह जी का प्रकाश दिहाड़ा जो कल 27 ਦਸੰਬਰ ਨੂੰ सारा संसार भर ਦੇ ਵਿੱਚ ਮਨਾ ਰਿਹਾ। सो इस दे संबंध ਦੇ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ हर साल की तरह प्रकाश दिहाड़े तो एक दिन पहला चीफ खालसा दीवान के केंद्रीय स्थान तो ये नगर कीर्तन आरंभ होंदा, जिस की समाप्ति सचखंड श्री हरमंदर साहब विखे होंदी है। सो इस वेले पूरी इस नगर कीर्तन की तैयारी है। पालकी साहब, पंज प्यारे, निशान की सिंह साहब तैयार ने। सो ये नगर कीर्तन हुण कुछ दिनां दे विच आरंभ हो जाएगा, जिहड़ा अमृतसर दा भंडारी पुल तो हाल बाजार तो होंदा होया सचखंड श्री हरमंदर साहब। और जिहड़े साडे चीफ खालसा दीवान के बच्चे ने उन्होंने अगे हो करके शब्द गायन करना। सो सारिਆਂ ने ही श्रद्धा भावना के नाल साहिब श्री गुरु गोबिंद सिंह सच्चे पातशाह जी के चरणों के विच सारिਆਂ ने हाज़रियां लवाईਆਂ। सो सतगुरु जी के प्रकाश दिहाड़े के उत्ते संसार भर के सिखां नूं बहुत बहुत वधाई होवे, बहुत बहुत वधाई होवे। श्री गुरु गोबिंद सिंह जी के प्रकाश गुरपुरब मौके श्री अकाल तख्त साहिब तो सजाए गए नगर कीर्तन का पंजाब एंड सिंध बैंक के जोनल ऑफिस अमृतसर के स्टाफ के वलों जोनल मैनेजर सरदार गुरमीत सिंह जी की अगवाई के निघा स्वागत किया गया। इस मौके पर चीफ मैनेजर प्रवीण कुमार, श्री चंद्रपाल महरमी, मोहित अरोड़ा और होर स्टाफ मैंबर हाजिर सन। कल जिदा साढ़े 10वें गुरु गोबिंद सिंह जी का प्रकाश पुरब है, वो उपलक्ष अज नगर कीर्तन कढ़िया जा रहा है। तो पंजाब सिंध बैंक जोनल ऑफिस अमृतसर की तरफ तो इसका निघा स्वागत किया जा रहा है। इतने असी सारे स्टाफ समेत खड़े हैं और जोड़े इसकी अगवाई करांगे नगर कीर्तन की। और सारे देशवासियों को असी, क्योंकि कल गुरपुरब मनाया जा रहा है, अज नगर कीर्तन सारे असी प्रदेश वासियों को, अमृतसर वासियों को, पंजाब सिंध बैंक के स्टाफ तो पंजाब सिंध बैंक की तरफ लख लख बधाई देने। ਅੱਜ डॉक्टर राजीव प्राशर ਵੱਲੋਂ सिविल सर्जन फिरोजपुर ਦਾ ਅਹੁਦਾ ਸੰਭਾਲਿਆ ਗਿਆ। सिविल सर्जन दफ्तर ਦੇ ਸਮੂਹ ਪ੍ਰੋਗਰਾਮ ਆਫਿਸਰ ਅਤੇ ਸਟਾਫ ਵੱਲੋਂ ਡਾਕਟਰ ਰਾਜੀਵ ਪ੍ਰਾਸ਼ਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। सिविल सर्जन फिरोजपुर ਦਾ ਅਹੁਦਾ ਸੰਭਾਲਣ ਤੋਂ ਬਾਅਦ ਡਾਕਟਰ ਰਾਜੀਵ ਪ੍ਰਾਸ਼ਰ ਨੇ ਕਿਹਾ ਕਿ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਇਨ-ਬਿਨ ਲਾਗੂ ਕਰਨ ਅਤੇ ਆਮ ਆਦਮੀ ਕਲੀਨਿਕ ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਹੀ ਉਹਨਾਂ ਦਾ ਮੁੱਖ ਮਕਸਦ ਹੈ। ਉਹਨਾਂ ਕਿਹਾ ਕਿ ਅੱਜ ਸਟਾਫ ਦੇ ਨਾਲ ਮੀਟਿੰਗ ਕਰਕੇ ਵੱਖ-ਵੱਖ ਪ੍ਰੋਗਰਾਮਾਂ ਦੇ ਬਾਰੇ ਜਾਣਕਾਰੀ ਲਈ ਗਈ ਹੈ। ਉਹਨਾਂ ਸਖਤ ਸ਼ਬਦਾਂ ਦੇ ਵਿੱਚ ਮਿਲਾਵਟਖੋਰਾਂ ਨੂੰ ਚੇਤਾਵਨੀ ਦਿੱਤੀ ਕਿ ਖਾਣੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। मैं डॉक्टर राजीव प्राशर अपनी अज बतौर सिविल सर्जन फिरोजपुर अज ज्वाइन किया। तो मैं इत्थे यही कहना चाहना, सब तो पहला अज लोकल स्टाफ प्रोग्राम ऑफिसर जिन्ने सिगे सिविल सर्जन ऑफिस के उन्होंने एक ब्रीफ जी मीटिंग की है। तो मेरा मैसेज यही रहेगा भी ਆਪਾਂ ਜਿਹੜੀਆਂ ਹੈਲਥ ਸੇਵਾਵਾਂ ਹੈਗੀਆਂ ਲੋਕਾਂ ਨੂੰ ਜਿਹੜੀਆਂ ਸਭ ਤੋਂ ਅੱਛੀਆਂ ਪ੍ਰਦਾਨ ਕਰਨੀਆਂ, ਇਹੀ ਮੋਟਿਵ ਰਹੇਗਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਸ਼ਹਿਰ ਵਾਸੀਆਂ ਨੂੰ ਜਾਂ ਹੋਰ ਕਿਸੇ ਵੀ ਅਦਾਰਿਆਂ ਨੂੰ ਕਿ ਜੋ ਵੀ ਹੈਲਥ ਪੱਖੋਂ ਸਹੂਲਤਾਂ ਆਪਾਂ ਦੇਣੀਆਂ ਉਹਦੇ 'ਚ ਕੋਈ ਵੀ ਕਮੀ ਪੇਸ਼ੀ ਨਾ ਨਜ਼ਰ ਆਏ। ਤੇ ਮੇਰੀ ਕੋਸ਼ਿਸ਼ ਇਹੀ ਰਹੇਗੀ ਲੋਕਾਂ ਨੂੰ ਵੀ, ਜਿਵੇਂ DHO ਸਾਹਿਬ ਦਾ ਹੈਗਾ ਉਹਨਾਂ ਕੋਲ ਮੈਂ ਬਰੀਫਿੰਗ ਲਈ ਅੱਜ, ਆਮ ਆਦਮੀ ਕਲੀਨਿਕਸ ਬਾਰੇ ਡਾਕਟਰ ਗੁਰਮੇਜ ਕੋਲੋਂ ਲਿਆ ਥੋੜੀ ਜਿਹੀ ਬਰੀਫਿੰਗ ਅੱਜ ਮੈਂ, ਕਿਉਂਕਿ ਬਤੌਰ ਅੱਜ ਹਲੇ ਮੇਰਾ ਪਹਿਲਾ ਦਿਨ ਹੀ ਆ ਤੇ ਮੈਂ ਥੋੜਾ ਜਿਹਾ ਆਮ ਆਦਮੀ ਕਲੀਨਿਕਸ ਤੇ ਜ਼ਿਆਦਾ ਫੋਕਸ ਕਰ ਰਿਹਾ ਸੀ। ਤੇ ਇਹਦੇ 'ਚ ਮੈਂ ਹੋਰ ਦੱਸਣਾ ਚਾਹੁੰਦਾ ਵੀ 3 ਨਵੇਂ ਹੋਰ ਜਿਹੜੇ ਆਮ ਆਦਮੀ ਕਲੀਨਿਕਸ ਆ ਆਪਣੇ ਸਿਟੀ ਫਿਰੋਜ਼ਪੁਰ ਨੂੰ ਮਿਲਣ ਜਾ ਰਹੇ ਆ। ਇਸ ਕਰਕੇ ਉਹਦੇ 'ਚ ਫਿਰ ਬਹੁਤ ਅੱਛੀਆਂ ਸਿਹਤ ਸੇਵਾਵਾਂ ਸਿਟੀ ਦੇ ਲੋਕਾਂ ਨੂੰ ਮਿਲਣਗੀਆਂ। ਤੇ ਬਾਕੀ DHO ਸਾਹਿਬ ਨਾਲ ਇੱਕ ਬਰੀਫ ਜੀ ਮੀਟਿੰਗ ਮੈਂ ਲਈ ਆ ਤੇ ਆਪਣੇ ਲੋਕਲ ਜਿਹੜਾ ਆਫਿਸ ਆ ਉਹਦਾ ਸਾਰਿਆਂ ਨਾਲ ਅੱਜ ਸਟਾਫ ਨੂੰ ਮੈਂ ਮਿਲਿਆ। DHO ਸਾਹਿਬ ਨੂੰ ਮੈਂ ਇਹੀ ਕਿਹਾ ਵੀ ਚਲੋ ਸ਼ਹਿਰ ਦੇ ਵਿੱਚ ਜਿੰਨਾ ਵੀ ਹੈਗਾ ਖਾਣ ਦੇ ਪਦਾਰਥ ਆ ਜਿਹੜੇ ਕਿ ਆਮ ਪਬਲਿਕ ਯੂਜ਼ ਕਰਦੀ ਆ ਉਹਨਾਂ 'ਚ ਕੋਈ ਮਿਲਾਵਟ ਜਾਂ ਮਿਲਾਵਟਖੋਰੀ ਦਾ ਕੰਮ ਨਾ ਹੋਵੇ। ਸੋ ਦੇਖੋ ਸਿਹਤ ਜਿਹੜੀ ਤਾਂ ਹੀ ਅੱਛੀ ਹੋ ਸਕਦੀ ਹੈ ਜੇ ਖਾਣ ਪੀਣ ਵਾਲੀਆਂ ਚੀਜ਼ਾਂ ਅੱਛੀਆਂ ਹੋਣਗੀਆਂ। ਸੋ ਇਹਦੇ 'ਚ ਰਿਸਪੌਂਸਿਬਿਲਿਟੀ ਹੈਲਥ ਡਿਪਾਰਟਮੈਂਟ ਦੀ ਬਹੁਤ ਅਹਿਮ ਹੁੰਦੀ ਹੈ ਤੇ ਮੈਂ ਇਹਦੇ ਸਿਵਲ ਸਰਜਨ DHO ਸਾਹਿਬ ਨੂੰ ਇਹ ਇਨਸਟਰਕਸ਼ਨ ਦਿੱਤੀਆਂ ਵੀ ਆਪਾਂ ਜਿਹੜਾ ਸਿਹਤ ਸੇਵਾਵਾਂ ਜਿਹੜੀਆਂ ਲੋਕਾਂ ਨੂੰ ਖਾਣ ਪੀਣ ਦੀਆਂ ਆਈਟਮਸ ਸਪੈਸ਼ਲੀ ਜਿਹੜੀਆਂ ਕੋਈ ਵੀ ਖੁੱਲੀਆਂ ਨਾ ਵਿਕਣ, ਰੇਹੜੀਆਂ ਤੇ ਜਿਵੇਂ ਫੂਡ ਵਿਕਦੇ ਅੱਜ ਕੱਲ੍ਹ ਸਾਰੇ ਕਵਰਡ ਹੋਣ, ਉਹ ਅਸੀਂ ਚਲੋ ਅੱਜ ਪਹਿਲਾ ਦਿਨ ਹੈ ਮੈਂ ਆਪ ਵੀ
ਲੋਕਾਂ ਨਾਲ ਇੰਟਰੈਕਟ ਜਿਹੜੇ ਵੀ ਹੈਗੇ ਇੱਥੇ ਲੋਕਲ ਆਪਣੇ ਮਠਿਆਈ ਦੀਆਂ ਦੁਕਾਨਾਂ ਵਾਲੇ ਜਾਂ ਹੋਰ ਫੂਡ ਦੀਆਂ ਆਪਣੇ ਵਿਕਰੇਤਾ ਹੈਗੇ ਆ, ਉਹਨਾਂ ਨਾਲ ਮੀਟਿੰਗ ਕਰਾਂਗੇ ਇੱਕ ਸ਼ਾਰਟ ਜੀ। ਪਹਿਲਾਂ ਆਪਾਂ ਮੈਸੇਜ ਉਹਨਾਂ ਨੂੰ ਲਾਵਾਂਗੇ, ਐਡਵਾਈਸ ਦੇਵਾਂਗੇ ਸਾਰੀਆਂ ਵੀ ਕੀ ਚੀਜ਼ਾਂ ਜ਼ਰੂਰੀ ਹੈ, ਕਿਸ ਤਰ੍ਹਾਂ ਉਹਨਾਂ ਦੀ ਆਪਾਂ ਸਿਹਤ ਸੰਭਾਲ ਲਈ ਇਹਨਾਂ ਨੂੰ ਢੱਕ ਕੇ ਰੱਖਣਾ। ਸੋ ਮੇਰਾ ਮੈਸੇਜ ਬਰੀਫਲੀ ਇਹੀ ਹੈ। ਬਸ ਮੈਂ ਅੱਜ ਸਾਰੇ ਸਿਟੀ ਨੂੰ ਇਹੀ ਕਹਿਣਾ ਚਾਹੁੰਦਾ ਵੀ ਮੈਂ ਪੂਰੀ ਆਪਣੀ ਤਨ ਮਨ ਓਨੈਸਟੀ ਨਾਲ ਡੈਡੀਕੇਸ਼ਨ ਨਾਲ ਇਹੀ ਸੇਵਾ ਕਰਾਂਗਾ ਦੇ ਆਪਣੇ ਫਿਰੋਜ਼ਪੁਰ ਨਿਵਾਸੀਆਂ ਦੀ, ਤਾਂ ਕਿ ਹੈਲਥ ਸੇਵਾਵਾਂ ਐਨ ਜੋ ਵੀ ਹੈਗਾ ਪਹਿਲੇ ਨੰਬਰ ਤੇ ਆ ਸਕਣ ਪੰਜਾਬ ਦੇ ਵਿੱਚ। ਇਹੀ ਮੇਰੀ ਕੋਸ਼ਿਸ਼ ਰਹੇਗੀ। ਫਿਰੋਜ਼ਪੁਰ ਵਿੱਚ ANTF ਟੀਮ ਨੇ ਗੋਲੂ ਕਾ ਮੋੜ ਤੋਂ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਕੋਲੋਂ 3 ਕਿਲੋ 132 ਗ੍ਰਾਮ ਹੈਰੋਇਨ ਬਰਾਮਦ ਕੀਤੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਅਰਸ਼ਦੀਪ ਸਿੰਘ ਵਾਸੀ ਲਾਧੂਵਾਲਾ ਅਤੇ ਸੁਖਚੈਨ ਵਾਸੀ ਹਜ਼ਾਰਾ ਸਿੰਘ ਵਾਲਾ ਵਜੋਂ ਹੋਈ ਹੈ। ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਤੇ ਸਾਡੇ ਸਪੈਸ਼ਲ ਡੀਜੀ ਸਾਹਿਬ ADGP ਸਾਹਿਬ, ਉਹਨਾਂ ਦੇ ਦਿਸ਼ਾ ਨਿਰਦੇਸ਼ ਤਹਿਤ ਸ਼੍ਰੀ ਗੁਰਿੰਦਰਵੀਰ ਸਿੰਘ ਸਾਡੇ AIG ਨੇ ਤੇ ਉਹਨਾਂ ਦੀ ਰਹਿਨਮਾਈ ਹੇਠ ਜਿਹੜੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ ANTF ਫਿਰੋਜ਼ਪੁਰ ਦੀਆਂ। ਤੇ ਕੱਲ ਸਾਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ 2 ਅਕਿਊਜ਼ ਨੂੰ ਗ੍ਰਿਫਤਾਰ ਕੀਤਾ। ਇਹਦੇ ਵਿੱਚ ਗੋਲੂ ਕਾ ਮੋੜ ਤੋਂ ਕੱਲ ਅਰੈਸਟ ਕੀਤੀ ਹੈ ਜੀ ਅਰਸ਼ਦੀਪ ਸਿੰਘ ਅਰਸ਼, ਤੇ ਦੂਸਰਾ ਹੈਗਾ ਜੀ ਇਹਦੇ ਚ ਸੁਖਚੈਨ ਸਿੰਘ ਪੁੱਤਰ ਬਲਵਿੰਦਰ ਸਿੰਘ। ਇਹਨਾਂ ਨੂੰ ਅਰੈਸਟ ਕੀਤਾ ਤੇ ਇਹਨਾਂ ਕੋਲ ਤਕਰੀਬ 3 ਕਿਲੋ ਤੇ 132 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ। ਇਹਦੇ ਚ ਮੇਨ ਸਾਡਾ ਜਿਹੜੀ ਸਫਲਤਾ ਸਾਨੂੰ ਇਹ ਮਿਲੀ ਹੈ ਕਿ ਜਿਹੜਾ ਅਰਸ਼ਦੀਪ ਇਹ ਪਹਿਲਾਂ 304 ਨੰਬਰ ਮੁਕੱਦਮਾ ਅਸੀਂ ਦਿੱਤਾ ਸੀਗਾ, ਜਿਸ ਤੋਂ 4 ਕਿਲੋ 100 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਇਨ ਰਿਕਵਰ ਕੀਤੀ ਸੀ। ਉਹ 'ਚ ਭੱਜ ਗਿਆ ਸੀ, ਮੌਕੇ ਤੋਂ ਭੱਜ ਗਿਆ ਸੀ। ਤੇ ਲਗਾਤਾਰ ਸਾਡੀ ਜਿਹੜੀ ਆ ਟੀਮਾਂ ਨੇ ਪੂਰੀ ਅਤੇ ਮਿਹਨਤ ਕਰਦੇ ਹਾਂ ਦੁਬਾਰਾ ਅਸੀਂ ਇਹਨੂੰ ਸਮੇਤ ਹੈਰੋਇਨ 3 ਕਿਲੋ ਫੜਿਆ। ਬਠਿੰਡਾ ਪੁਲਿਸ ਨੇ ਦੋਹਰੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ 2 ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਪੁਲਿਸ ਨੇ ਇਸ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ। SP ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧੋਬੀਆਣਾ ਬਸਤੀ ਵਿੱਚ ਪਿਛਲੇ ਮਹੀਨੇ ਹੋਈ ਲੜਾਈ ਦੇ ਵਿੱਚ ਜਤਿੰਦਰ ਸਿੰਘ ਤੇ ਧਰਮਿੰਦਰ ਸਿੰਘ ਨਾਮ ਦੇ 2 ਭਰਾਵਾਂ ਦੇ ਕਤਲ ਦੇ ਮਾਮਲੇ ਵਿੱਚ ਇਹ ਗ੍ਰਿਫਤਾਰੀਆਂ ਕੀਤੀਆਂ ਨੇ। ਦੱਸ ਦੇਈਏ ਕਿ ਇੱਕ ਦੀ ਮੌਕੇ ਤੇ ਮੌਤ ਹੋਈ ਸੀ ਤੇ ਦੂਜੇ ਦੀ ਹਸਪਤਾਲ ਵਿੱਚ ਮੌਤ ਹੋਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕੁੱਲ 5 ਲੋਕਾਂ ਨੂੰ ਨਾਮਜ਼ਦ ਕੀਤਾ ਸੀ, ਜਿਸ ਵਿੱਚੋਂ 3 ਨੂੰ ਪਹਿਲਾਂ ਤੇ 2 ਨੂੰ ਹੁਣ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਬਰਨਾਲਾ ਪੁਲਿਸ ਨੇ ਇੱਕ ਵੱਡੇ ਲੁਟੇਰਾ ਗਿਰੋਹ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਦੱਸਦੀ ਹੈ ਕਿ ਜਦੋਂ ਪੁਲਿਸ ਲੁਟੇਰਾ ਗਿਰੋਹ ਦਾ ਪਿੱਛਾ ਕਰ ਰਹੀ ਸੀ ਤਾਂ ਇਹਨਾਂ ਵੱਲੋਂ ਪੁਲਿਸ ਉੱਪਰ ਫਾਇਰਿੰਗ ਕੀਤੀ ਗਈ, ਪਰ ਪੁਲਿਸ ਨੇ ਮੁਸਤੈਦੀ ਵਰਤਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਿਸ ਵੱਲੋਂ ਫੜੇ ਗਏ ਵਿਅਕਤੀਆਂ ਤੋਂ ਮਾਰੂ ਹਥਿਆਰ ਤੇ ਅਸਲਾ ਬਰਾਮਦ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SSP ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਇਹਨਾਂ ਲੁਟੇਰਾ ਗਿਰੋਹਾਂ ਵੱਲੋਂ ਪਿਛਲੇ ਦਿਨੀ ਸੈਨੇਟਰੀ ਇੰਸਪੈਕਟਰ ਉੱਤੇ ਹਮਲਾ ਕੀਤਾ ਗਿਆ ਸੀ। ਇਸ ਤੋਂ ਬਿਨਾਂ ਹੋਰ ਵੀ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਵੱਲੋਂ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਤਾਂ ਜੋ ਵੱਡੇ ਖੁਲਾਸੇ ਹੋ ਸਕਣ। तो मानयोग DGP पंजाब ਤੇ DIG ਪਟਿਆਲਾ ਰੇਂਜ ਦੀ ਜਿਹੜੀ ਹਿਦਾਇਤਾਂ ਨੇ ਕਿ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਿਮੀਨਲਸ ਤੇ ਅਨਸਰ ਮਾੜੇ ਬੰਦੇ, ਉਹਦੇ ਤਹਿਤ ਬਰਨਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਬਰਨਾਲਾ ਪੁਲਿਸ ਦੀ ਟੀਮ ਜਿਹਦੇ ਵਿੱਚ SPD, DSPD, DSP ਤਪਾ, SSO ਸਿਟੀ 1 ਤੇ CIA ਇੰਚਾਰਜ ਬਲਜੀਤ ਸਿੰਘ ਦੀ ਟੀਮ ਸ਼ਾਮਿਲ ਹੈ। ਇਹਨਾਂ ਵੱਲੋਂ ਇੱਕ ਲੁੱਟ ਖੋਆ ਕਰਨ ਵਾਲੇ ਸਾਥੀ ਗੈਂਗ ਦੇ ਮੈਂਬਰਸ ਨੂੰ ਕਾਬੂ ਕੀਤਾ ਗਿਆ ਹੈ। ਹਾਲ ਦੇ ਦਿਨਾਂ 'ਚ ਕਾਫੀ ਇੰਸੀਡੈਂਟਸ ਹੋ ਗਏ ਸੀਗੇ ਸਨੈਚਿੰਗ ਤੇ ਰੋਬਰੀ ਦੇ। ਆਪਣੀ ਟੀਮ ਵੱਖ-ਵੱਖ ਐਂਗਲ ਤੋਂ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੇ ਵੀ ਕ੍ਰਿਮੀਨਲਸ ਬੰਦੇ ਬੇਲਆਊਟਸ ਬੰਦੇ ਉਹਨਾਂ ਤੇ ਨਜ਼ਰ ਰੱਖ ਰਹੀ ਸੀਗੀ ਤੇ ਉਹਨਾਂ ਦੀ ਟਰੈਕਿੰਗ ਵੀ ਕਰ ਰਹੀ ਸੀਗੀ। ਕੱਲ ਸ਼ਾਮ ਲਗਭਗ 6:30 के बीच ਪੁਲਿਸ ਟੀਮ ਨੂੰ ਇਨਫੋਰਮੇਸ਼ਨ ਸੀਗੀ ਕਿ ਜਿਹੜੀ ਕਪਾਹ ਮੰਡੀ ਹੈ ਬਰਨਾਲੇ ਦੇ ਵਿੱਚ ਉੱਥੇ ਕੁਝ ਸ਼ੱਕੀ ਬੰਦੇ ਫਿਰ ਰਹੇ ਹਨ। 2 ਟੀਮ ਜਿਹਦੇ ਵਿੱਚ ਸਿਟੀ 1 ਲਖਵਿੰਦਰ ਸਿੰਘ ਦੀ ਟੀਮ ਤੇ CIA ਇੰਚਾਰਜ ਦੀ ਟੀਮ ਜਦੋਂ ਮੌਕੇ ਤੇ ਪਹੁੰਚੀ ਤਾਂ 2 ਬਾਈਕ ਤੇ 4 ਬੰਦੇ ਸਵਾਰ ਸੀਗੇ। ਅਚਾਨਕ ਤੋਂ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਏ। ਉਹਨਾਂ ਵੱਲੋਂ ਪੁਲਿਸ ਪਾਰਟੀ ਤੇ 2 ਰਾਉਂਡ ਫਾਇਰ ਕੀਤੇ ਗਏ। ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਕ੍ਰਾਸ ਫਾਇਰ ਕੀਤਾ ਗਿਆ ਔਰ ਕਾਫੀ ਮਿਹਨਤ ਤੋਂ ਬਾਅਦ ਉਹਨਾਂ ਨੂੰ ਇੰਪਾਵਰ ਕੀਤਾ ਗਿਆ ਔਰ ਪੁਲਿਸ ਵੱਲੋਂ ਜਿਹੜੀ ਫਾਇਰ ਕੀਤੀ ਗਈ ਉਹਦੇ ਵਿੱਚ ਇੱਕ ਫਾਇਰ
ਇੱਕ ਜਿਹੜਾ ਦੋਸ਼ੀ ਹੈ ਉਹਦੇ ਲੱਤ 'ਚ ਵੀ ਲੱਗਾ। ਮੌਕੇ ਤੇ 4 ਦੋਸ਼ੀ ਨੂੰ, ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ, ਜਸਵੀਰ ਸਿੰਘ, ਲਖਵਿੰਦਰ ਸਿੰਘ ਤੇ ਸੰਦੀਪ ਸਿੰਘ ਹੈ, ਇਹਨਾਂ ਨੂੰ ਕਾਬੂ ਕੀਤਾ ਗਿਆ। ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ और मौके तो जी रिकवरी हुई सी, मौके तो एक 315 बोल का देसी कट्टा बरामद हुआ, 32 बोर का राइफल बरामद हुआ, 32 बोर का पिस्टल, तो कुछ जिंदा राउंड, तो एक जरा लोहे का डा होंदा वो बरामद किया गया, तो 2 बाइक भी बरामद हुए सी। जदों इन्हां दी पुछगिछ की गई, मुढ़ली पुछगिछ दे विच 6.5 जिहड़े स्नैचिंग ते रॉबरी दे केसेस सीगे वो ट्रेस हुए। 9/12/2025 ਨੂੰ ਇਹਨਾਂ ਵੱਲੋਂ ਬਠਿੰਡੇ ਦੇ ਵਿੱਚ ਵੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ, ਉਹ ਵੀ ਟ੍ਰੇਸ हुआ है। ਤਪਾ ਦੇ ਵਿੱਚ ਪਿਛਲੇ 2-3 ਦਿਨਾਂ ਦੇ ਵਿੱਚ 2-3 ਸਨੈਚਿੰਗ ਹੋ ਗਏ ਸੀਗੇ, ਉਹ ਦੋਨੋਂ ਟ੍ਰੇਸ ਹੋ ਗਏ, ਜਿਹਦੇ ਵਿੱਚ ਇੱਕ ਮਹਾਜਨ ਦੇ ਮੋਬਾਈਲ ਨੂੰ ਵੀ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਪਲੱਸ ਉਹਨੂੰ ਇੰਜਰਡ ਵੀ ਕੀਤਾ ਗਿਆ ਸੀਗਾ, ਦੈਟ ਹੈਜ਼ ਬੀਨ ਟ੍ਰੇਸਡ। ਇਸ ਤੋਂ ਇਲਾਵਾ ਬਰਨਾਲਾ ਦੇ ਵਿੱਚ 14/12/2025 ਨੂੰ ਇੱਕ ਟੀਚਰ ਦੇ तो 7400 रुपए खो करने की कोशिश की गई सी, वो ट्रेस हो गया। इस तो अलावा जो सैनिटरी इंस्पैक्टर सीगा ਉਹਦੇ ਤੇ ਅਟੈਕ ਹੋਇਆ ਸੀਗਾ ਦੇਰ ਰਾਤ ਨੂੰ, इवन वो ट्रेस हो गया है। मैं ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਗੈਂਗ है काफ़ी शातिर है। 2 मेंबर एज ऑफ नाउ जो ਇਹਨਾਂ ਦੇ हैं वो बठिंडा ਦੇ रहने वाले हैं, 2 मेंबर ਜਿਹੜੇ मौके तो अरेस्ट ਕੀਤੇ गए ਸੀਗੇ वो बरनाला ਦੇ रहने वाले ਸੀਗੇ। ਜਿਹੜਾ बरनाला ਦਾ रहने वाला है संदीप सिंह उर्फ टिमी, ये एक सैलून चलाता है केसी रोड से। आज एक 5वें बंदे ਨੂੰ गिरफ्तार किया गया, दिनेश बांसल ਨੂੰ। ਇਹਨਾਂ ਦੀ ਜਦੋਂ ਪੁੱਛਗਿੱਛ ਕੀਤੀ ਗਈ तो ये बड़े शातिर तरीके ਨਾਲ ਪ੍ਰੋਪਰ ਪਲਾਨਿੰਗ ਦੇ ਨਾਲ ਜਿਹੜੇ ਬਰਨਾਲੇ ਵਾਲੇ ਇਹ ਇਨਫੋਰਮੇਸ਼ਨ ਪਾਸ ਔਨ ਕਰਦੇ ਸੀਗੇ। ਜਿਹੜੇ 2 ਅਕਿਊਜ਼ਡ ਹੈ, 2 ਦੋਸ਼ੀ ਹੈ ਬਠਿੰਡੇ ਦੇ ਰਹਿਣੇ ਵਾਲੇ, वो अपने आइडिया ਛੱਡ ਕੇ ਇੱਥੇ ਕ੍ਰਾਈਮ ਕਰਦੇ ਸੀਗੇ ਕਿ ਸੋ ਡੈਟ ਇਹਨਾਂ ਨੂੰ ਟ੍ਰੇਸ ਕਰਨਾ ਔਖਾ ਹੋ। ਲੇਕਿਨ ਆਪਣੀ ਟੀਮ ਵੱਲੋਂ ਕਾਫੀ ਮਿਹਨਤ ਨਾਲ काम ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ। ਤੁਹਾਨੂੰ मैं ये भी ਦੱਸਣਾ ਚਾਹੁੰਦਾ ਕਿ ਜਿਹੜਾ ਦਿਨੇਸ਼ ਬਾਂਸਲ है ये भी ਬਰਨਾਲੇ ਦਾ रहने वाला है। दिनेश बांसल ਵੱਲੋਂ ਇਹਨਾਂ ਨੂੰ ਕੁਝ ਫਾਈਨੈਂਸ ਕੀਤਾ ਗਿਆ ਸੀਗਾ ਸੋ ਡੈਟ ਇਹ ਕੁਝ ਨਾਜਾਇਜ਼ ਅਸਲਾ ਪ੍ਰੋਕਿਓਰ ਕਰ ਸਕੇ, ਔਰ ਇਹਨਾਂ ਦੀ ਜਿਹੜੀ ਪਲਾਨਿੰਗ ਸੀਗੀ ਵੱਡੇ ਲੈਵਲ ਦੀ ਲੁੱਟਖੋ ਤੇ ਕਿਡਨੈਪਿੰਗ ਦੀ ਪਲਾਨਿੰਗ ਸੀਗੀ। ਸੋ ਅੱਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈਂਗੇ ਔਰ ਪ੍ਰੋਪਰ ਹਰ ਐਂਗਲ ਨੂੰ ਵੈਰੀਫਾਈ ਕਰਾਂਗੇ ਕਿ ਇਹਨਾਂ ਨੂੰ ਕਿਡਨੈਪ ਕਰਨ ਦਾ ਪਲਾਨ ਸੀਗਾ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।